ਹੈਲੋ ਪਿਆਰੇ ਬੱਚਿਓ, ਤੁਸੀਂ ਸਾਰੇ ਬਹੁਤ ਵਧੀਆ ਤਰੀਕੇ ਨਾਲ ਆਪਣੇ ਘਰ ਵਿੱਚ ਰਹਿ ਕੇ ਪੜ੍ਹਾਈ ਕਰ ਰਹੇ ਹੋਵੋਗੇ। ਅੱਜ ਆਪਾਂ ਇੱਕ ਬਹੁਤ ਹੀ ਇੰਟਰਸਟਿੰਗ ਚੈਪਟਰ 9th ਕਲਾਸ ਦਾ ਸ਼ੁਰੂ ਕਰਨ ਜਾ ਰਹੇ ਹਾਂ। ਚੈਪਟਰ ਦਾ ਨਾਮ ਹੈ ਨਿਰਦੇਸ਼ ਅੰਕ ਜਿਆਮਿਤੀ, ਜਿਸ ਨੂੰ ਕਿ ਅਸੀਂ ਕੋਆਰਡੀਨੇਟ ਜਿਓਮੈਟਰੀ ਵੀ ਕਹਿੰਦੇ ਹਾਂ। ਬੇਟਾ ਜਿਹੜਾ ਇਹ ਚੈਪਟਰ ਹੈ, ਇਸ ਦੀਆਂ ਪਹਿਲਾਂ ਮੈਂ ਤੁਹਾਨੂੰ 2-3 ਬੜੀਆਂ ਇਹਦੇ ਬਾਰੇ ਦਿਲਚਸਪ ਗੱਲਾਂ ਦੱਸਾਂਗੀ ਕਿ ਸਭ ਤੋਂ ਪਹਿਲਾਂ ਤਾਂ ਜਿਵੇਂ ਆਪਾਂ ਮੈਥ ਦੀਆਂ ਹੁਣ ਤੱਕ ਅਲੱਗ-ਅਲੱਗ ਬ੍ਰਾਂਚਿਸ ਪੜ੍ਹਦੇ ਆਏ ਹਾਂ, ਕਿਹੜੀਆਂ ਪੜ੍ਹੀਆਂ, ਜਿਵੇਂ ਅਸੀਂ ਸ਼ੁਰੂ ਵਿੱਚ ਅੰਕ ਗਣਿਤ ਪੜ੍ਹਿਆ, ਫਿਰ ਅਸੀਂ ਬੀਜ ਗਣਿਤ ਪੜ੍ਹਿਆ, ਰੇਖਾ ਗਣਿਤ ਪੜ੍ਹਿਆ। ਉਸੇ ਤਰ੍ਹਾਂ ਨਾਲ ਨਿਰਦੇਸ਼ ਅੰਕ ਜਿਆਮਿਤੀ ਜਾਂ ਕੋਆਰਡੀਨੇਟ ਜਿਓਮੈਟਰੀ ਇਹ ਵੀ ਮੈਥਮੈਟਿਕਸ ਦੀ ਇੱਕ ਬੜੀ ਹੀ ਇੰਪੋਰਟੈਂਟ ਬ੍ਰਾਂਚ ਮੰਨੀ ਜਾਂਦੀ ਹੈ ਤੇ ਇਹਦਾ ਅਸੀਂ ਬੇਸ ਹੈ ਜਿਹੜਾ 9th 'ਚ ਤੁਸੀਂ ਸ਼ੁਰੂ ਕਰਨ ਜਾ ਰਹੇ ਹੋ। ਇਸ ਤਰ੍ਹਾਂ ਨਹੀਂ ਹੈ ਕਿ ਬਿਲਕੁਲ ਹੀ ਨਵਾਂ ਹੈ। ਅਸੀਂ ਇਹਦੇ ਬਾਰੇ ਗ੍ਰਾਫ ਥੋੜਾ ਬਹੁਤ ਤੁਸੀਂ ਸਿੱਖਿਆ ਹੋਇਆ 8ਵੀਂ ਤੱਕ ਡਰਾ ਕਰਨਾ, ਥੋੜਾ ਜਿਹਾ ਸਾਨੂੰ ਉਹਦਾ ਵੀ ਇਹਦੇ ਵਿੱਚ ਬੈਨੀਫਿਟ ਮਿਲੂਗਾ। ਲੇਕਿਨ ਇਹਨੂੰ ਅਸੀਂ ਇਹਦੀ ਜਦੋਂ ਬੇਸ ਆਪਾਂ ਕਹਿੰਦੇ ਹਾਂ ਬਹੁਤ ਅੱਛੀ ਤਰ੍ਹਾਂ ਆ ਜਾਂਦਾ ਹੈ ਤਾਂ ਆਪਾਂ ਸਬਜੈਕਟ ਨੂੰ ਫਿਰ ਅੱਛੀ ਤਰ੍ਹਾਂ ਸਮਝ ਜਾਂਦੇ ਹਾਂ। ਤਾਂ ਅਸੀਂ ਬਹੁਤ ਹੀ ਧਿਆਨ ਨਾਲ ਬੇਟਾ ਇਹ ਚੈਪਟਰ ਨੂੰ ਸਿੱਖਾਂਗੇ। ਇਹ ਚੈਪਟਰ ਆਸਾਨ ਵੀ ਬਹੁਤ ਹੈ, ਸਕੋਰਿੰਗ ਵੀ ਹੈ, ਇਸ ਕਰਕੇ ਔਰ ਸਪੈਸ਼ਲੀ ਜਦੋਂ ਤੁਸੀਂ ਇਹ ਚੈਪਟਰ ਸਿੱਖ ਲਓਗੇ ਬੇਟਾ ਤਾਂ ਅੱਗੇ 10th ਦੇ ਵਿੱਚ ਜਾਂ ਹੋਰ ਹਾਇਰ ਕਲਾਸਿਸ ਦੇ ਵਿੱਚ ਬੇਟਾ ਤੁਹਾਨੂੰ ਬਹੁਤ ਜ਼ਿਆਦਾ ਇਸ ਦਾ ਫਾਇਦਾ ਮਿਲੇਗਾ। ਤਾਂ ਬੇਟਾ ਸਭ ਤੋਂ ਪਹਿਲਾਂ ਮੈਂ ਥੋੜੀਆਂ ਜਿਹੀਆਂ ਉਦਾਹਰਨਾਂ ਲੈਣਾ ਚਾਹਾਂਗੀ। ਉਦਾਹਰਨਾਂ ਦੇ ਵਿੱਚ ਦੇਖੋ ਬੇਟੇ, ਤੁਸੀਂ ਕਦੇ ਨਾ ਕਦੇ ਥੀਏਟਰ ਦੇ ਵਿੱਚ ਪਿਕਚਰ ਜ਼ਰੂਰ ਦੇਖੀ ਹੋਣੀ ਹੈ। ਤੁਸੀਂ ਕਈ ਵਾਰ ਮੋਬਾਈਲ ਤੇ ਉਹਦੀ ਤੁਸੀਂ ਕਰਾਉਂਦੇ ਹੋ, ਆਪਣੀ ਬੁਕਿੰਗ ਕਰਾਉਂਦੇ ਹੋ ਜਾਂ ਵੈਸੇ ਜਾ ਕੇ ਲੈਂਦੇ ਹੋ, ਤਾਂ ਤੁਸੀਂ ਦੇਖਿਆ ਬੇਟਾ ਜਿਹੜੀ ਤੁਹਾਡੀ ਸੀਟ ਹੁੰਦੀ ਹੈ ਉਹ ਤੁਹਾਨੂੰ ਕੁਝ ਇਸ ਤਰ੍ਹਾਂ ਦਾ ਨੰਬਰ ਉਹਦੇ ਵਿੱਚ ਮਿਲਦਾ ਹੈ। ਜਿਵੇਂ ਇੱਥੇ ਲਿਖਿਆ ਹੋਇਆ K6, ਤਾਂ ਆਪਾਂ ਕੀ ਕਰਦੇ ਹਾਂ, ਜਿਹੜੀ K ਰੋ ਹੁੰਦੀ ਉਹਦੇ ਵਿੱਚ ਅਸੀਂ 6ਵੀਂ ਜਿਹੜੀ ਸੀਟ ਹੈ ਉਹਦੇ ਵਿੱਚ ਜਾ ਕੇ ਬੈਠਦੇ ਹਾਂ। ਉਸੇ ਤਰ੍ਹਾਂ ਬੇਟੇ ਜੇ ਕਦੇ ਤੁਸੀਂ ਪੇਪਰ ਦੇਣ ਗਏ ਹੋਵੋ ਕਿਸੇ ਹੋਰ ਜਗ੍ਹਾ ਤੇ ਜਾ ਕੇ, ਤਾਂ ਤੁਸੀਂ ਉੱਥੇ ਬੇਟੇ ਆਪਣਾ ਰੋਲ ਨੰਬਰ ਦੇਖਣਾ ਹੈ ਕਿ ਮੈਂ ਕਿਹੜੇ ਰੂਮ ਦੇ ਵਿੱਚ ਜਾ ਕੇ ਬੈਠਣਾ ਹੈ। ਤਾਂ ਤੁਸੀਂ ਕੀ ਦੇਖਦੇ ਹੋ ਪਹਿਲਾਂ ਕਿ ਮੰਨ ਲਓ ਮੇਰਾ ਰੋਲ ਨੰਬਰ ਮੰਨ ਲਓ 60130 ਹੈ, ਮੰਨ ਲਓ ਮੇਰਾ ਆ ਰੋਲ ਨੰਬਰ ਹੈ, ਤਾਂ ਮੈਂ ਚੈੱਕ ਕਰਾਂਗੀ ਕਿ ਪਹਿਲਾਂ ਮੈਂ B ਜਿਹੜੀ ਅੱਗੇ B ਵਾਲੀ ਜਿਹੜੀ ਰੋ ਹੈ ਉਸ ਦੀ ਮੈਂ ਇਸ ਨੰਬਰ ਤੇ ਜਾ ਕੇ ਮੈਂ ਬੈਠਣਾ ਹੈ। ਤੁਸੀਂ ਧਿਆਨ ਨਾਲ ਸੁਣਨਾ ਹੈ। ਇਹਦੇ ਵਿੱਚ ਮੈਂ K6 ਇੱਥੇ ਮੈਂ ਦੇਖਿਆ B, ਫਿਰ ਉਹਦਾ ਮੈਂ ਆਪਣਾ ਅੱਗੇ ਸੀਟ ਗਿਣੀ ਜਾਂ ਦੇਖਿਆ ਕਿ ਕਿੰਨਵਾਂ ਮੇਰਾ ਅੱਗੇ ਰੋਲ ਨੰਬਰ ਕਿੰਨਵੇਂ ਨੰਬਰ ਤੇ ਆ ਰਿਹਾ ਹੈ। ਉਸੇ ਤਰ੍ਹਾਂ ਬੇਟੇ ਇੱਕ ਐਰੋਪਲੇਨ ਦੀ ਇਹ ਪਿਕਚਰ ਹੈ, ਉਹਦੇ ਵਿੱਚ ਤਾਂ ਐਰੋਪਲੇਨ 'ਚ ਜਾਂ ਤੁਸੀਂ ਕਦੇ ਨਾ ਕਦੇ ਟ੍ਰੇਨ ਤੇ ਸਫ਼ਰ ਕੀਤਾ ਹੋਣਾ ਹੈ, ਤਾਂ ਉਹਦੇ ਵਿੱਚ ਵੀ ਜਦੋਂ ਤੁਹਾਨੂੰ ਕੋਈ ਸੀਟ ਮਿਲਦੀ ਹੈ ਤਾਂ ਉਹਦੇ ਹਮੇਸ਼ਾ ਅੱਗੇ ਤੁਹਾਨੂੰ ਇਸ ਤਰ੍ਹਾਂ ਹੀ ਸੀਟ ਦਾ ਨੰਬਰ ਲੱਗਿਆ ਮਿਲਦਾ ਹੈ ਤੇ ਆਪਾਂ A22 ਆਪਾਂ ਉਸ ਸੀਟ ਤੇ ਜਾ ਕੇ ਬੇਟੇ ਆਪਾਂ ਬੈਠ ਜਾਵਾਂਗੇ। ਜਿਵੇਂ A ਤੇ ਇਧਰੋਂ ਅਸੀਂ 22, ਇਹਦਾ ਮਤਲਬ ਸਾਡੀ ਜਿਹੜੀ A ਵਾਲੀ ਰੋ ਬਣਦੀ ਹੈ, A ਤੇ 22 ਇਹ ਸਾਡੀ ਸੀਟ ਬਣ ਜਾਏਗੀ। ਉਸੇ ਤਰ੍ਹਾਂ ਬੇਟਾ ਇਹ ਤੁਸੀਂ ਚਿੱਤਰ ਜ਼ਰੂਰ ਦੇਖਿਆ ਹੋਣਾ ਆਪਣੀ SST ਸਮਾਜਿਕ ਵਿਗਿਆਨ ਦੀਆਂ ਤੁਸੀਂ ਕਿਤਾਬਾਂ ਦੇ ਵਿੱਚ। ਇਹ ਕੀ ਦਰਸਾ ਰਿਹਾ ਹੈ ਕਿ ਅਸੀਂ ਜਦੋਂ ਕਿਸੇ ਪਾਰਟਿਕੂਲਰ ਸਥਾਨ ਦੀ ਅਸੀਂ ਲੋਕੇਸ਼ਨ ਪਤਾ ਕਰਨੀ ਹੁੰਦੀ ਹੈ ਬੇਟਾ, ਤਾਂ ਅਸੀਂ ਕਿਹਦੇ ਵਿੱਚ ਕਿਸ ਚੀਜ਼ ਦੇ ਉਹਦੇ ਨਾਲ ਅਸੀਂ ਕਰਦੇ ਹਾਂ, ਲੌਂਗੀਟਿਊਡਸ ਐਂਡ ਲੈਟੀਟਿਊਡਸ। ਜਿਵੇਂ ਹੁਣ ਤੁਸੀਂ ਦੇਖਦੇ ਹੋ ਲੋਕੇਸ਼ਨ ਆਫ ਨਿਊ ਦਿੱਲੀ ਜੇਕਰ ਅਸੀਂ ਦੇਖਣੀ ਹੈ ਤਾਂ ਅਸੀਂ ਇੱਥੇ ਆਪਣਾ ਨਿਊ ਦਿੱਲੀ ਦਾ ਜਿਹੜਾ ਹੈ ਉਹਦੇ ਤੋਂ ਅਸੀਂ ਇਸ ਦੇ ਜਿਹੜੇ ਇੱਧਰ ਆਪਣੇ ਕੋਲ ਲੌਂਗੀਟਿਊਡ ਹੁੰਦੇ ਹਨ ਵਰਟੀਕਲ, ਤੇ ਜਿਹੜੇ ਲੇਟਵੇ ਹੁੰਦੇ ਹਨ ਅਸੀਂ ਉਸਨੂੰ ਲੈਟੀਟਿਊਡਸ ਕਹਿੰਦੇ ਹਾਂ। ਤਾਂ ਬੇਟਾ ਮੇਰਾ ਕਹਿਣ ਦਾ ਭਾਵ ਸੀ ਕਿ ਅਸੀਂ ਹੁਣ ਤੱਕ ਦੀਆਂ ਇਹੋ ਜਿਹੀਆਂ ਬਹੁਤ ਉਦਾਹਰਨਾਂ ਅਸੀਂ ਦੇਖੀਆਂ ਜਿਹਦੇ ਵਿੱਚ ਕਿ ਕਿਸੇ ਖਾਸ ਚੀਜ਼ ਦੀ ਸਥਿਤੀ ਪਤਾ ਕਰਨ ਲਈ ਸਾਨੂੰ ਕੁਛ ਨਾ ਕੁਛ ਇਨਫੋਰਮੇਸ਼ਨ ਦੀ, ਕੁਛ ਨਾ ਕੁਛ ਸੂਚਨਾਵਾਂ ਦੀ ਜ਼ਰੂਰਤ ਪੈਂਦੀ ਹੈ। ਹੁਣ ਆਪਾਂ ਦੇਖਣਾ ਹੈ ਕਿ ਉਹ ਕਿੰਨੀਆਂ ਸੂਚਨਾਵਾਂ ਦੀ ਜ਼ਰੂਰਤ ਪੈਂਦੀ ਹੈ। ਇਹ ਆਪਾਂ ਫਿਰ ਅੱਗੇ ਹੋਰ ਸੋਚਦੇ ਹਾਂ। ਇੱਕ ਉਦਾਹਰਨ ਮੈਂ ਛੋਟਾ ਜਿਹਾ ਹੋਰ ਲਵਾਂਗੀ। ਇਹ ਤੁਹਾਡੀ ਕਲਾਸ ਦੇ ਬਲੈਕਬੋਰਡ ਵਰਗਾ ਬਲੈਕਬੋਰਡ ਹੈ। ਮੰਨ ਲਓ ਮੈਂ ਇਹਦੇ ਉੱਪਰ ਇੱਕ ਪੁਆਇੰਟ ਤੁਹਾਨੂੰ ਦਿਖ ਰਿਹਾ ਹੈ, ਪੁਆਇੰਟ ਛੋਟਾ ਜਿਹਾ ਮੈਂ ਇੱਕ ਪੁਆਇੰਟ ਲਗਾ ਦਿੱਤਾ। ਮੰਨ ਲਓ ਮੈਂ ਤੁਹਾਨੂੰ ਕਹਾਂ ਕਿ ਬੇਟਾ ਇਹੀ ਪੁਆਇੰਟ ਮੈਂ ਕੱਲ ਨੂੰ ਫੇਰ ਇੱਥੇ ਹੀ ਆ ਕੇ ਲਗਾਉਣਾ ਹੈ, ਜਾਂ ਇਸ ਪੁਆਇੰਟ ਦੀ ਤੁਸੀਂ ਮੈਨੂੰ ਸਥਿਤੀ ਦੱਸ ਸਕਦੇ ਹੋ ਕੀ ਹੈ। ਤਾਂ ਕਿਵੇਂ ਦੱਸਾਂਗੇ ਅਸੀਂ ਸਥਿਤੀ ਇਸ ਪੁਆਇੰਟ ਦੀ, ਕਿਉਂਕਿ ਸਾਰਾ ਬਲੈਕਬੋਰਡ ਤਾਂ ਖਾਲੀ ਪਿਆ ਹੈ, ਅਸੀਂ ਇੱਕ ਪੁਆਇੰਟ ਲਗਾਇਆ ਹੈ, ਤਾਂ ਅਸੀਂ ਉਸ ਦੀ ਸਥਿਤੀ ਕਿਵੇਂ ਦੱਸਾਂਗੇ। ਤਾਂ ਉਹਦਾ ਇੱਕ ਤਰੀਕਾ ਤਾਂ ਤੁਸੀਂ ਕਹੋਗੇ ਕਿ ਜੀ ਅਸੀਂ ਬਲੈਕਬੋਰਡ ਦੀ ਜਿਹੜੀ ਖੜਵੀਂ ਸਾਈਡ ਤੇ ਲੇਟਵੀਂ ਜਿਹੜੀ ਸਾਈਡ ਹੈ ਉਹਨਾਂ ਤੋਂ ਅਸੀਂ ਉਹਨਾਂ ਦੀ ਦੂਰੀ ਪਤਾ ਕਰ ਸਕਦੇ। ਇੱਕ ਤਰੀਕਾ ਤਾਂ ਇਹ ਹੋ ਸਕਦਾ ਹੈ। ਤਾਂ ਕੀ ਜ਼ਿਆਦਾ ਸੌਖਾ ਨਹੀਂ ਹੋ ਜਾਏਗਾ? ਇਮੇਜਿਨ ਕਰੋ ਜੇ ਤੁਹਾਡੇ ਬਲੈਕਬੋਰਡ ਦੇ
ਦੋਵੇਂ ਜਿਹੜੀਆਂ ਇਹਦੀਆਂ ਸਾਈਡਸ ਹਨ, ਲੇਟਵੀਂ ਤੇ ਖੜਵੀਂ ਜਿਹੜੀਆਂ ਦੀਆਂ ਸਾਈਡਸ ਹਨ ਬੇਟਾ, ਉਹਦੇ ਤੇ ਇਸ ਤਰ੍ਹਾਂ ਇੱਕ ਤੁਹਾਡੇ ਕੋਲ ਜੇ ਨੰਬਰ ਲਾਈਨ ਬਣ ਜਾਵੇ, ਜਿਵੇਂ ਕਿ ਅਸੀਂ ਗ੍ਰਾਫ ਤੁਸੀਂ ਕਰਦੇ ਸੀ, ਤਾਂ ਤੁਹਾਨੂੰ ਹੋਰ ਜ਼ਿਆਦਾ ਸੌਖਾ ਨਹੀਂ ਹੋ ਜਾਵੇਗਾ ਪੁਆਇੰਟ ਦੀ ਸਥਿਤੀ ਲੱਭਣਾ। ਦੇਖੋ ਆਪਾਂ ਨੂੰ ਪਤਾ ਲੱਗ ਗਿਆ ਕਿ ਇਹ ਵਾਲੀ ਜਿਹੜੀ ਲੇਟਵੀਂ ਸਾਈਡ ਤੇ 2 ਤੇ ਇਧਰੋਂ 3 ਜਿੱਥੇ ਆਪਸ ਚ ਕੱਟਦੀਆਂ ਹਨ, ਉਹ ਸਾਡੇ ਕੋਲ ਉਹ ਬਿੰਦੂ ਦੀ ਕੀ ਹੈ, ਸਥਿਤੀ ਹੈ। ਜੇ ਮੇਰੇ ਕੋਲੇ ਪਰਮਾਨੈਂਟ ਇਸ ਤਰ੍ਹਾਂ ਦੀਆਂ ਬਲੈਕਬੋਰਡ ਦੀ ਸਾਈਡਸ ਤੇ ਰੇਖਾਵਾਂ ਬਣੀਆਂ ਰਹਿਣਗੀਆਂ ਤਾਂ ਮੇਰੇ ਲਈ ਬੜਾ ਆਸਾਨ ਹੈ, ਮੈਂ ਅਗਲੇ ਦਿਨ ਵੀ ਆ ਕੇ ਪਾਰਟਿਕੂਲਰ ਉਸ ਸਥਿਤੀ ਤੇ ਮੈਂ ਬਿੰਦੂ ਲਗਾ ਸਕਦੀ ਹਾਂ। ਤਾਂ ਬੇਟਾ ਕਹਿਣ ਦਾ ਮਤਲਬ ਕੀ ਸੀ, ਹੁਣ ਤੱਕ ਆਪਾਂ ਸਿੱਖਿਆ ਕੀ ਇੰਨੀਆਂ ਉਦਾਹਰਨਾਂ ਦੇ ਵਿੱਚ। ਜਿਵੇਂ ਅਸੀਂ ਸਭ ਤੋਂ ਪਹਿਲਾਂ ਉਦਾਹਰਨ ਲਈ ਥੀਏਟਰ ਦੀ ਟਿਕਟ ਦੀ, ਉਹਦੇ ਵਿੱਚ ਵੀ ਅਸੀਂ ਦੇਖਿਆ 2 ਚੀਜ਼ਾਂ ਸੀ, ਇੱਕ ਰੋ ਫਿਰ ਸੀਟ ਦਾ ਨੰਬਰ K6 ਯਾਦ ਹੋਏਗਾ ਤੁਹਾਨੂੰ। ਫਿਰ ਅਸੀਂ ਦੇਖਿਆ ਜਦੋਂ ਤੁਸੀਂ ਰੋਲ ਨੰਬਰ ਲੈਣਗੇ ਉਦੋਂ ਵੀ ਅਸੀਂ 2 ਚੀਜ਼ਾਂ, 2 ਸਾਨੂੰ ਇਨਫੋਰਮੇਸ਼ਨ ਸੂਚਨਾਵਾਂ ਦੀ ਜ਼ਰੂਰਤ ਪਈ। ਫਿਰ ਬੇਟੇ ਜਦੋਂ ਅਸੀਂ ਐਰੋਪਲੇਨ 'ਚ ਸੀਟ ਲਈ ਉਦੋਂ ਵੀ ਸਾਨੂੰ 2 ਸੂਚਨਾਵਾਂ ਦੀ। ਉਸੇ ਤਰ੍ਹਾਂ ਹੁਣ ਜਦੋਂ ਤੁਸੀਂ ਬਿੰਦੂ ਇੱਥੇ ਲੱਭਣਾ ਸੀ ਬਲੈਕਬੋਰਡ ਤੇ, ਤਾਂ ਉਦੋਂ ਵੀ ਤੁਹਾਨੂੰ 2 ਸੂਚਨਾਵਾਂ ਦੀ ਜ਼ਰੂਰਤ ਪਈ। ਤਾਂ ਹੁਣ ਬੇਟਾ ਅਸੀਂ ਇਸ ਚੀਜ਼ ਨੂੰ ਜਨਰਲਾਈਜ਼ ਕਰਦੇ ਹਾਂ, ਲਿਖਦੇ ਹਾਂ ਕਿ ਸਾਨੂੰ ਕਿਸੇ ਸਮਤਲ ਵਿੱਚ ਇੱਕ ਬਿੰਦੂ ਦੀ ਸਥਿਤੀ ਲੱਭਣ ਲਈ 2 ਸੁਤੰਤਰ ਸੂਚਨਾਵਾਂ ਦੀ ਲੋੜ ਹੁੰਦੀ ਹੈ। 2 ਸੁਤੰਤਰ, ਹਜੇ ਤੁਸੀਂ ਪਹਿਲਾਂ 2 ਸੂਚਨਾਵਾਂ ਦੀ ਗੱਲ ਕਰਦੇ ਹਾਂ, ਪਰ 2 ਸੂਚਨਾਵਾਂ ਦੀ ਜ਼ਰੂਰਤ ਹੁੰਦੀ ਹੈ। ਸੁਤੰਤਰ ਦਾ ਮਤਲਬ ਇੰਡੀਪੈਂਡੈਂਟ। ਕੀ ਮਤਲਬ ਹੈ ਕਿ ਅਸੀਂ ਕਿਸੇ ਇੱਕ, ਜਿਵੇਂ ਹੁਣ ਮੰਨ ਲਓ ਇੱਥੇ 2 ਦੀ ਕਾਹਦੀ ਜ਼ਰੂਰਤ ਹੈ, ਇੱਕ ਤਾਂ ਜਿਹੜੀ ਨੀਚੇ ਲੇਟਵੀਂ ਰੇਖਾ ਤੋਂ ਇਹਦੀ ਦੂਰੀ ਇੱਕ ਸੂਚਨਾ, ਦੂਸਰੀ ਜਿਹੜੀ ਖੜਵੀਂ ਰੇਖਾ ਤੋਂ ਇਹਦੀ ਦੂਰੀ ਦੂਸਰੀ ਸੂਚਨਾ। ਤਾਂ ਬੇਟਾ ਸੁਤੰਤਰ ਦਾ ਮਤਲਬ ਇਹ ਹੁੰਦਾ ਹੈ ਕਿ ਅਸੀਂ ਇੱਕ ਨੂੰ ਡਿਸਟਰਬ ਕੀਤੇ ਬਗੈਰ ਦੂਜੀ ਸੂਚਨਾ ਨੂੰ ਬਦਲ ਸਕਦੇ ਹਾਂ। ਠੀਕ ਹੈ, ਇਹਦਾ ਮਤਲਬ ਇੰਡੀਪੈਂਡੈਂਟ। ਠੀਕ ਹੈ, ਤੇ ਹਾਂ ਲੇਕਿਨ ਜੇ ਅਸੀਂ ਬਿੰਦੂ ਦੀ ਸਥਿਤੀ ਅਸੀਂ ਇਸ ਤਰ੍ਹਾਂ, ਮਤਲਬ ਮੰਨ ਲਓ ਜੇ ਮੇਰਾ ਹੁਣ ਇੱਥੇ ਬਿੰਦੂ ਲੱਗਿਆ, ਜੇ ਮੈਂ ਉਹਨੂੰ ਥੋੜਾ ਜਿਹਾ ਉੱਪਰ ਲੈ ਕੇ ਬਿੰਦੂ ਲਗਾ ਲਵਾਂ ਤਾਂ ਉਹਦੇ ਨਾਲ ਮੰਨ ਲਓ ਕੀ ਹੋਏਗਾ, ਮੇਰੀ ਇੱਕ ਸੂਚਨਾ ਤਾਂ ਉਹੀ ਰਹੇਗੀ, ਦੂਸਰੀ ਸੂਚਨਾ ਜਿਹੜੀ ਹੈ ਉਹ ਬਦਲ ਜਾਏਗੀ। ਇਹਦਾ ਭਾਵ ਇਹ ਹੈ ਸੁਤੰਤਰ ਸੂਚਨਾ ਦਾ। ਤਾਂ ਇਹ ਬੇਟਾ ਸਭ ਤੋਂ ਪਹਿਲਾਂ ਇਹ ਕੁਐਸਚਨ 1 ਨੰਬਰ ਦਾ ਬਹੁਤ ਵਾਰ ਆ ਜਾਂਦਾ ਹੈ ਕਿ ਕਿਸੇ ਸਮਤਲ ਵਿੱਚ ਇੱਕ ਬਿੰਦੂ ਦੀ ਸਥਿਤੀ ਪਤਾ ਕਰਨ ਲਈ ਸਾਨੂੰ ਕਿੰਨੀਆਂ ਸੂਚਨਾਵਾਂ ਦੀ ਜ਼ਰੂਰਤ ਹੁੰਦੀ ਹੈ, ਤਾਂ ਆਨਸਰ ਆਏਗਾ 2 ਸੁਤੰਤਰ ਸੂਚਨਾਵਾਂ ਦੀ ਜ਼ਰੂਰਤ ਹੁੰਦੀ ਹੈ। ਹੁਣ ਬੇਟੇ ਆਪਾਂ ਹੁਣ ਤੁਹਾਨੂੰ ਲੱਗੇਗਾ ਕਿ ਵੀ ਜਿਹੜਾ ਇਹ ਸਭ ਤੋਂ ਪਹਿਲਾਂ ਕਿਸਨੇ ਗੱਲ ਸੋਚੀ ਕਿਸੇ ਬਿੰਦੂ ਦੀ ਸਥਿਤੀ ਪਤਾ ਕਰਨ ਬਾਰੇ, ਤਾਂ ਬੇਟਾ ਸਭ ਤੋਂ ਪਹਿਲਾਂ ਬਿੰਦੂ ਦੀ ਸਥਿਤੀ ਨਿਰਧਾਰਿਤ ਕਰਨ ਦੀ ਗੱਲ ਮੈਥਮੈਟੀਸ਼ੀਅਨ ਸੀ ਬੇਟੇ ਰੇਨੇ ਡੇਕਾਰਟੇ। ਉਹਨਾਂ ਨੇ ਬੇਟਾ ਸਭ ਤੋਂ ਪਹਿਲਾਂ ਇਸ ਬਾਰੇ ਸੋਚਿਆ ਸੀ। ਇਹ ਉਹਨਾਂ ਦੀ ਨਾਲ ਤੁਸੀਂ ਦੇਖ ਪਾ ਰਹੇ ਹੋ, ਉਹਨਾਂ ਦੀ ਚਿੱਤਰ ਦੇ ਵਿੱਚ ਉਹਨਾਂ ਦੀ ਫੋਟੋ ਤੁਸੀਂ ਦੇਖ ਪਾ ਰਹੇ ਹੋ। ਇਹ ਉਹਨਾਂ ਦਾ ਜੋ ਜੀਵਨ ਕਾਲ ਬਾਰੇ ਦੱਸਿਆ ਗਿਆ ਹੈ 1596 ਤੋਂ 1650 ਤੱਕ। ਤਾਂ ਬੇਟੇ ਸਭ ਤੋਂ ਪਹਿਲਾਂ ਤੁਸੀਂ ਇਹ ਦੇਖਣਾ ਹੈ ਕਿ ਉਹਨਾਂ ਨੇ ਕਿਉਂ ਸੋਚਿਆ, ਇਹਦੇ ਬਾਰੇ ਵੀ ਤੁਸੀਂ ਆਪਣੀ ਬੁੱਕ 'ਚ ਵੀ ਪੜ੍ਹਨਾ ਬੇਟੇ। ਬੜੀ ਇਹਨਾਂ ਦੇ ਬਾਰੇ ਇੰਟਰਸਟਿੰਗ ਸਟੋਰੀ ਸੀ ਕਿ ਜਿੰਨੇ ਵੀ ਬੇਟੇ ਮੈਥਮੈਟੀਸ਼ੀਅਨ ਸਾਇੰਟਿਸਟ ਹੁੰਦੇ ਆ, ਬਹੁਤ ਜ਼ਿਆਦਾ ਇਹਨਾਂ ਨੂੰ ਮਨਨ ਹੁੰਦਾ ਨਾ, ਜਿਵੇਂ ਆਪਾਂ ਕੁਝ ਸੋਚਦੇ ਰਹਿੰਦੇ ਆ ਇਸ ਤਰ੍ਹਾਂ। ਇੱਕ ਦਿਨ ਕਹਿੰਦੇ ਲੇਟੇ ਉਹਨਾਂ ਨੇ ਦੇਖਿਆ ਕਿ ਛੱਤ ਤੇ ਕੋਈ ਇਨਸੈਕਟ ਜਾ ਰਿਹਾ ਸੀ, ਕੀੜਾ ਕੋਈ ਛੱਤ ਤੇ ਜਾ ਰਿਹਾ ਸੀ, ਮਤਲਬ ਜਿਵੇਂ ਲੇਟ ਕੇ ਆਪਾਂ ਉੱਪਰ ਦੇਖਦੇ ਆ। ਤਾਂ ਉਹਨਾਂ ਨੇ ਦੇਖਿਆ ਵੀ ਇਹਦੀ ਜੇ ਸਥਿਤੀ ਪਤਾ ਕਰਾਂ ਤਾਂ ਮੈਂ ਕਿਵੇਂ ਕਰ ਸਕਦਾ ਹਾਂ। ਤਾਂ ਇਮੀਡੀਏਟਲੀ ਉਹਨਾਂ ਦੇ ਮਾਈਂਡ ਦੇ ਵਿੱਚ ਫਿਰ ਇਹ ਗੱਲ ਆਈ ਕਿ ਆਪਾਂ ਇੱਕ ਸਮਤਲ ਦੇ ਵਿੱਚ ਇੱਕ ਬਿੰਦੂ ਦੀ ਸਥਿਤੀ ਕਿਵੇਂ ਪਤਾ ਕਰ ਸਕਦੇ ਹਾਂ। ਤਾਂ ਉਹਨਾਂ ਨੇ ਸੋਚਿਆ ਕਿ ਇੱਕ ਦੂਸਰੇ ਤੇ 2 ਲੰਬ ਰੇਖਾਵਾਂ ਖਿੱਚ ਕੇ ਇਹਨਾਂ ਰੇਖਾਵਾਂ ਦੇ ਸੰਦਰਭ ਸਮਤਲ ਦੇ ਬਿੰਦੂਆਂ ਦਾ ਸਥਾਨ ਨਿਰਧਾਰਨ ਅਸੀਂ ਕਰ ਸਕਦੇ ਹਾਂ। ਇਹ ਵਿਚਾਰ ਸਭ ਤੋਂ ਪਹਿਲਾਂ ਉਹਨਾਂ ਦੇ ਦਿਮਾਗ ਦੇ ਵਿੱਚ ਆਇਆ। ਬੇਟੇ ਇੱਥੇ ਇੱਕ ਬਹੁਤ ਇੰਟਰਸਟਿੰਗ ਗੱਲ ਮੈਂ ਤੁਹਾਨੂੰ ਦੱਸਣਾ ਚਾਹਾਂਗੀ ਕਿ ਜਿਵੇਂ ਮੈਂ ਤੁਹਾਨੂੰ ਐਗਜ਼ਾਮਪਲ ਦਿੱਤਾ ਸੀ ਲੈਟੀਟਿਊਡ ਲੌਂਗੀਟਿਊਡ ਵਾਲਾ, ਹਨਾ, ਇਹ ਤਾਂ ਇਹਨਾਂ ਤੋਂ ਵੀ ਬਹੁਤ ਸਾਲ ਪਹਿਲਾਂ ਇਹ ਵਾਲਾ ਸਿਸਟਮ ਡਿਵੈਲਪ ਹੋ ਚੁੱਕਿਆ ਸੀਗਾ, ਲੌਂਗੀਟਿਊਡਸ ਲੈਟੀਟਿਊਡਸ ਦਾ। ਤਾਂ ਤੁਸੀਂ ਦੇਖੋ ਕਿ ਕਈ ਵਾਰ ਆਪਣਾ ਉਹ ਕੰਮ ਕਿਸੇ ਹੋਰ ਸਿਸਟਮ 'ਚ ਹੋ ਰਿਹਾ ਹੁੰਦਾ ਹੈ, ਲੇਕਿਨ ਜਿਓਗ੍ਰਾਫੀ 'ਚ ਜਿਵੇਂ ਉਹ ਚੀਜ਼ ਯੂਜ਼ ਹੋ ਰਹੀ ਸੀ, ਪਰ ਉਸ ਨੂੰ ਇੱਕ ਤਰ੍ਹਾਂ ਦਾ ਆਈਡੀਆ ਲੈ ਕੇ ਮੈਥਮੈਟਿਕਸ ਦੇ ਵਿੱਚ ਫਿਰ ਇਹ ਇੱਕ ਨਵੀਂ ਜਿਹੜੀ ਬ੍ਰਾਂਚ ਹੈ ਬੇਟਾ ਉਹ ਡਿਵੈਲਪ ਹੋਈ। ਇਸੇ ਲਈ ਹੁਣ ਤੁਸੀਂ ਧਿਆਨ ਨਾਲ ਸੁਣਨਾ ਬੇਟਾ, ਇਸੇ ਲਈ ਇਸ ਪ੍ਰਣਾਲੀ ਨੂੰ ਡੈਕਾਰਟੇ ਦੇ ਨਾਮ ਤੇ ਕਾਰਟੀਜ਼ੀਅਨ, ਇਹਨਾਂ ਦੇ ਨਾਮ ਦੀ ਸਪੈਲਿੰਗ ਦੇਖੋ ਬੇਟੇ, ਇੱਥੋਂ ਹੀ ਇਹਨਾਂ ਦਾ ਨਾਮ ਫਿਰ ਹੁਣ ਅੱਗੇ ਅਸੀਂ ਇਹਨੂੰ ਕਾਰਟੀਜ਼ੀਅਨ ਪ੍ਰਣਾਲੀ ਕਹਿੰਦੇ ਆ, ਕਾਰਟੀਜ਼ੀਅਨ ਸਿਸਟਮ। ਠੀਕ ਹੈ ਬੱਚਿਓ। ਤੇ ਗਣਿਤ ਦੀ ਸ਼ਾਖਾ ਨਿਰਦੇਸ਼ ਅੰਕ ਜਿਮਾਇਤੀ ਜਾਂ ਕਿ ਕੋਆਰਡੀਨੇਟ ਜਿਓਮੈਟਰੀ ਜੋ ਹੈ ਬੇਟੇ ਉਹ ਇਹਨਾਂ ਤੋਂ ਹੀ, ਇਹਨਾਂ ਦੇ ਇਸ ਵਿਚਾਰ ਤੋਂ, ਇਹਨਾਂ ਦੇ ਇਸ
खोज तो जिन्हों असी कह सकते हैं शुरू हुई। एक बेटे इन्हां दी बहुत इंपॉर्टेंट इन्हां दी कोट है, आई थिंक देयरफॉर आई एम, क्योंकि मैं सोचदा हाँ इसलिए मेरा अस्तित्व है। तो इसलिए बेटे सोचना बहुत ही जरूरी है। हुण बेटे आपां देखदे हाँ, तुसीं सारिਆਂ ने हुण तक इस तरह की नंबर लाइन देखी है, आपां हमेशा ही ड्रॉ करते आए हैं नंबर लाइन। तो बेटे आपां नंबर लाइन नूं इस तरह रोटेट जे कर दईए तो ये तुहाडे कोल ये लेटवी नंबर लाइन हो गई बेटे। तो जो असीं इस तरह रोटेट तुहाडे सामने मैं कीता तो ये तुहाडे कोल किहड़ी बन गई, खड़वी या वर्टिकल। इनू बेटे असीं की कवांगे वर्टिकल, इनू असीं कवांगे हॉरिजॉन्टल। ये तुहानूं पता होना चाहिए हॉरिजॉन्टल एंड जो ये खड़ी है अपने कोल वर्टिकल संख्या रेखा बन गई। इज इट क्लीयर? कुछ नहीं है, आप उससे ही देखो ध्यान नाल, उससे ही नंबर लाइन नूं बेटे असीं इस तरह ना रोटेट कराया तो वर्टिकल नंबर लाइन तुहाडे कोल बन गई। ते हुण देखदे हां बेटा असीं कि किवें साडे कोल कार्टीजियन प्लेन बनिया। कार्टीजन जिहड़ा कार्टीजन तल, ਇਹਦੇ ਵਿੱਚ ਕੀ ਹੈ बेटा, सब तो पहला ਅਸੀਂ ਇੱਕ तल ਲੈਣੇ ਆ। तल समझदे हो? समतल। समतल ਜਿਵੇਂ ਅਸੀਂ ਇੱਕ ਤੁਸੀਂ ਸਮਤਲ ਨੂੰ बेटा ਦਰਸਾਉਣ ਲਈ ਜਿਵੇਂ ਆਪਾਂ ਕਹਿੰਦੇ ਆ ਦਰਸਾਉਂਦੇ ਕਿਵੇਂ ਆ, ਇੱਕ ਪੇਪਰ ਲੈ ਲਵੋ ਤੁਸੀਂ, ਵਾਈਟ ਪੇਪਰ ਲੈ ਲਓ, ਉਹ ਇੱਕ ਕਾਹਦਾ ਉਦਾਹਰਨ ਹੈ, ਸਮਤਲ ਦਾ। ਤਾਂ ਅਸੀਂ ਇਹਦੇ ਉੱਪਰ बेटा ਮੈਂ ਤੁਸੀਂ ਇੱਕ ਦੇਖ ਰਹੇ ਹੋ ਪੇਪਰ, ਆਪਾਂ ਬਾਉਂਡਰੀ ਡਰਾ ਕਰ ਲਈ ਪੇਪਰ ਰਿਪਰੈਜ਼ੈਂਟ ਕਰਨ ਲਈ। ਆਪਾਂ ਉਹਦੇ ਵਿੱਚ ਇੱਕ ਨੰਬਰ ਲਾਈਨ, ਇਹ ਕਿਹੜੀ ਨੰਬਰ ਲਾਈਨ ਹੈ, ਲੇਟਵੀਂ। ਫਿਰ ਅਸੀਂ ਉਹਦੇ ਤੇ ਇੱਕ ਖੜਵੀਂ ਨੰਬਰ ਲਾਈਨ, ਦੇਖੋ बेटे खड़वी नंबर लाइन हॉरिजॉन्टल नंबर जो वर्टिकल नंबर लाइन असी ਉਹਦੇ ਉੱਪਰ ਤੁਸੀਂ ਦੇਖਿਆ बेटा आके बिल्कुल ਉਹਦੀ ਜਿਹੜੀ ਉਹਦੀ ਜ਼ੀਰੋ, ਲੇਟਵੀਂ ਦੀ ਜ਼ੀਰੋ ਤੇ ਜਿਹੜੀ ਖੜਵੀਂ ਦੀ ਜ਼ੀਰੋ ਹੈ ਬਿਲਕੁਲ ਇੱਕ ਦੂਸਰੇ ਨੂੰ ਉਸ ਪੁਆਇੰਟ ਤੇ ਇੰਟਰਸੈਕਟ ਕਰਦੀਆਂ ਨੇ। ਔਰ ਇਹ ਯਾਦ ਰੱਖਣਾ ਹੈ ਕਿੰਨੇ ਡਿਗਰੀ ਤੇ ਕਰਦੀਆਂ ਨੇ, 90 ਡਿਗਰੀ ਤੇ। ਬਹੁਤ ਇੰਪੋਰਟੈਂਟ ਹੈ बेटे। ਤਾਂ ਹੁਣ ਇਹਨੂੰ बेटे जिथे दोवें जो 90 डिग्री ते कटदियां एक दूजे नूं तां जिहड़ा पॉइंट बनदा इंटरसैक्टिंग पॉइंट जिहड़ा उन्हां दा काटवां बिंदु है बेटे, उहनूं असीं की कहांगे, मूल बिंदु। की कहांगे असीं, मूल बिंदु। तां बेटा तुसीं देखिया जदों ये इस तरह नाल असीं दो नंबर लाइनस नूं खड़वी ते लेटवी नूं असीं 90 डिग्री ते एक दूजे ने जदों एक दूजे नूं कट्टिया तां तुसीं देखिया तुहाडे जिहड़ा समतल जिहड़ा तुहाडा कागज सी जिहनूं असीं कह रहे हां ਉਹ किन्ने हिस्सिਆਂ 'ਚ वंडिया गया, 4 हिस्सिਆਂ 'ਚ। देखो पहली चौथाई, दूसरी चौथाई, तीसरी चौथाई ते चौथी चौथाई, 4 हिस्सिਆਂ ਦੇ ਵਿੱਚ बेटे ਇਹ ਵੰਡਿਆ ਗਿਆ। ਇਸ ਕਰਕੇ ਇਹਨੂੰ ਚੌਥਾਈ, 4 ਚੌਥਾਈਆਂ ਕਿਹਾ ਜਾਂਦਾ ਹੈ। याद रखना बेटे कि ये इस तरह नाल चलदियां ने उल्टियां ना, मतलब जो नंबरिंग करते हैं पहली दूसरी इस तरह, कई बच्चे इधर नहीं दूसरी इत्थे नहीं लिखा जाना, पहली दूसरी इस तरह। तो इनू एक बार बेटा याद दिमाग च आपां रखण लई तुसीं ऐ याद रख सकते हो कि जिवें क्लॉक चलदा एंटी क्लॉक वाइज असीं इसनूं इहदी नंबरिंग करनी है चौथाइयां दी। ते हुण बेटे आपां सिखांगे कि असीं एक बेटा ग्राफ पेपर ले लेना है तुसीं, ਉਹਦੇ ਉੱਪਰ ਤੁਸੀਂ ਸਭ ਤੋਂ ਪਹਿਲਾਂ ਇੱਕ ਨੰਬਰ, ਇਹ ਤੁਹਾਨੂੰ ਆਂਦਾ ਹੈ ਹੁਣ ਤੱਕ ਆਪਾਂ ਕਰਦੇ ਆ ਰਹੇ ਹਾਂ। ਵੈਸੇ ਤਾਂ ਨੰਬਰ ਲਾਈਨ ਤੁਹਾਨੂੰ ਸਭ ਨੂੰ ਡਰਾ ਕਰਨੀ ਆਂਦੀ ਹੈ बेटा, ਨੰਬਰ ਲਾਈਨ ਅਸੀਂ ਡਰਾ ਕਰ ਲਵਾਂਗੇ। ਫਿਰ ਅਸੀਂ ਬਿਲਕੁਲ ਈਜ਼ੀ ਹੁੰਦਾ बेटा, ਜਿਹੜੀ ਤੁਹਾਡਾ ਜਦੋਂ ਤੁਸੀਂ ਗ੍ਰਾਫ ਪੇਪਰ ਲੈਣੇ ਹੋ ਤਾਂ ਜਿਹੜੀ ਉਹਦੇ ਵਿੱਚ ਤੁਸੀਂ ਦੇਖਦੇ ਹੋ ਨਾ ਇੱਕ ਪੂਰਾ ਜਿਹੜਾ ਜਿਵੇਂ ਮੰਨ ਲਓ ਆ ਵਰਗ ਹੈ ਪੂਰਾ, ਇੱਕ ਤੁਸੀਂ ਦੇਖ ਪਾ ਰਹੇ ਹੋ ਇੱਕ ਜਿਹੜਾ ਵਰਗ ਹੈ, ਤਾਂ ਇਹ ਵਰਗ ਦੇ बेटे ਤੁਸੀਂ ਇਸ ਵਰਗ ਦੀ ਜਿਹੜੀਆਂ ਡਾਰਕ ਲਾਈਨਸ ਨੇ, ठीक है, वर्ग दी 10 बाय 10 ਦਾ ਹੁੰਦਾ बेटे, ਜਿਹੜੀਆਂ ਦੀਆਂ ਡਾਰਕ ਲਾਈਨਸ ਇਹਦੇ ਉੱਪਰ बेटा ਨੰਬਰ ਲਾਈਨ ਬਣਾਓ ਤਾਂ ਸਾਨੂੰ ਉਹਦੀ ਗਿਣਤੀ ਆਸਾਨ ਰਹਿੰਦੀ ਹੈ। ਸਾਨੂੰ ਪਤਾ ਹੈ ਕਿ ਅੱਗੇ 10 ਦਾ ਜਿਹੜਾ ਹੈ ਇੱਕ ਵਰਗ ਦੇ ਵਿੱਚ ਅੱਗੇ ਫਿਰ ਛੋਟੇ ਹੋਰ ਕਿੰਨੇ ਉਹਦੇ ਸਕੇਲ ਜਦੋਂ ਅਸੀਂ ਗਿਣਦੇ ਆ 10 ਹੋਰ ਹੁੰਦੇ ਹਨ, ਉਵੇਂ ਤਾਂ ਸਾਨੂੰ ਆਸਾਨ ਹੋ ਜਾਂਦਾ ਹੈ ਪੁਆਇੰਟਸ ਲਗਾਣੇ। ਤਾਂ बेटा ਅਸੀਂ ਪਹਿਲਾਂ ਲੇਟਵੀਂ ਲਾਈਨ ਨੰਬਰ ਲਾਈਨ ਬਣਾਈ, ਉਹਦੀ बेटे ਅਸੀਂ ਉਹਨੂੰ ਲੇਬਲ ਕੀਤਾ 0 1 2 3 4, ਉਵੇਂ -1 -2 -3 -4। ਇੱਕ बेटा ਉਵੇਂ ਜਦੋਂ ਆਪਾਂ ਰੇਖਾ ਖਿੱਚਦੇ ਆ ਤਾਂ ਇਹ ਐਰੋਜ਼ ਲਗਾਣੇ ਬਹੁਤ ਇੰਪੋਰਟੈਂਟ ਹੈ, ਯਾਦ ਰੱਖਣੇ ਆ। ਕਈ ਬੱਚੇ ਜੇ ਨਹੀਂ ਲਗਾਉਂਦੇ बेटे ਤਾਂ ਇਹ ਬਿਲਕੁਲ ਗਲਤ ਹੈ, ਇਹਦੇ ਵੀ ਨੰਬਰ ਤੁਹਾਡੇ ਜਿਹੜੇ ਕੱਟ ਜਾਂਦੇ ਆ। ਇਸ ਨੂੰ ਅਸੀਂ x ਡੈਸ਼ ਜਾਂ ਕਈ ਵਾਰ ਇਹਨੂੰ ਅਸੀਂ -x ਵੀ ਲਿਖ ਲੈਂਦੇ ਹਾਂ। ਉਵੇਂ बेटे ਉੱਪਰ +y ਨੀਚੇ -y ਵੀ ਲਿਖ ਲੈਂਦੇ ਹਾਂ, ਜਾਂ y ਡੈਸ਼ ਵੀ ਅਸੀਂ ਇਸ ਨੂੰ ਲਿਖ ਲੈਂਦੇ ਹਾਂ, ਜਿਵੇਂ ਮਰਜ਼ੀ ਤੁਸੀਂ ਇਹਨੂੰ ਨੋਟੇਸ਼ਨ ਆਪਾਂ ਦੇ ਸਕਦੇ ਹਾਂ। ਉਸ ਤੋਂ ਬਾਅਦ बेटे ਜਿਹੜੀ ਖੜਵੀਂ ਨੰਬਰ ਲਾਈਨ ਅਸੀਂ ਬਣਾਵਾਂਗੇ ਇਹਦੇ 0 ਤੇ, ਠੀਕ ਹੈ, ਉਹਦੇ ਉੱਪਰ ਅਸੀਂ ਵਰਟੀਕਲ ਨੰਬਰ ਲਾਈਨ ਬਣਾਵਾਂਗੇ ਤੇ ਉਵੇਂ ਹੀ ਅਸੀਂ ਉਸ ਦੀ ਨੰਬਰਿੰਗ ਅਸੀਂ ਕਰਨੀ ਹੈ, ਲੇਬਲ ਕਰਨਾ ਹੈ। ਲੇਬਲ ਜਦੋਂ ਕਰਨਾ ਹੈ बेटे बहुत ध्यान रखना है
कि आपां जिहड़ी उपर है 0 तो ਉਹਨੂੰ ਅਸੀਂ ਕੀ ਲਿਖਨੇ ਹੈ प्लस 1 2 3 4 ਤੇ ਜਿਹੜੇ नीचे 0 तो है उसਨੂੰ ਅਸੀਂ ਕੀ ਲਿਖਾਂਗੇ -1 -2 -1। ठीक है बच्चों। देखो बेटे इसਨੂੰ ਅਸੀਂ मूल बिंदु बोलते हाँ, इसਨੂੰ ਅਸੀਂ बोलते हाँ धनात्मक एक्स ਧੁਰਾ, ऋणात्मक एक्स ਧੁਰਾ। उवें बेटा जिहड़ा उपर है ओ वाई, वो पॉजिटिव तुहाडा वाई एक्सिस है और जो नीचे है बेटे वो तुहाडे कोल ऋणात्मक वाई ਧੁਰਾ है। एक गल मैं इत्थे होर ऐड करना चाहांगी कि जदों असी बेटे ये दोनों लाइन्स असी बनाते हाँ, ठीक है बेटे, जिन्हों कि मैं लेटवीं ते खड़वीं कहा है, लेटवीं नूं असी एक्स एक्सिस ते जिहड़ी साडे कोल खड़वीं है उसनूं असी वाई एक्सिस कहते हैं। इसलिए बेटे इसका एक्स ਧੁਰਾ तो ये वाली साइड पॉजिटिव, ये वाली नैगेटिव, उवें वाई दी उपर वाली पॉजिटिव नीचे वाली नैगेटिव। ये देखो बेटा एक बार मैं फिर चौथाइयां लिख दी इहदे। हुण इस ते वैसे तो तुहानूं पता है ना एक प्लेन ते अनगिनत बिंदु हैं, पर असी कोई एक स्पैशल मान लो इत्थे मैं एक बिंदु दिखा दिता ते उस बिंदु नूं रिप्रजेंट किवें करदे हां तुहानूं पता है, कैपिटल लैटर दा कोई भी असी जो अल्फाबैट असी लैके उहदे नाल असी बिंदु नूं रिप्रजेंट करदे हां। आओ किसी तल विच दिते किसी बिंदु की स्थिति पता करना सीखिए। देखो बेटे मैं फिर दोबारा तो उवें ग्राफ पेपर ते जिसनों असी एक तल समझते हाँ, तल नूं दर्शा रहा है असी बेटे एक्स एक्सिस वाई एक्सिस। हुण मैं खड़वी लेटवी रेखा नहीं बोलांगी क्योंकि तुहानूं समझ आ गया है लेटवी रेखा नूं आपां की बोलना है एक्स एक्सिस और खड़वी रेखा नूं असी की बोलना है वाई एक्सिस। तो असी ये ड्रॉ कर लिते बेटे, फिर असी इहदी लेबलिंग कर लेनी है। लेबलिंग समझते हैं ना, जदों असी इन्हां ते इसनूं पूरा 1 2 3 जो भी उसदे असी लैके असी पूरा उसनूं लेबल कर देने हाँ इक्वल डिस्टेंसिस दे। ठीक है जी। हुण असी इत्थे पॉइंट पी लिया बेटे, मैं इसकी स्थिति पता करनी है पॉइंट पी दी, तो उहदे लई किवें कर सकते हैं असी बिंदु पी की स्थिति पता बेटे। जिवें मैं तुहानूं ब्लैक बोर्ड वाली उदाहरण आपां लई सी, तां आपां इह देख सकते हैं ना कि बिंदु जिहड़ा पी है वो एक्स ਧੁਰੇ तो कितना दूर है ते वाई ਧੁਰੇ तो कितना दूर है। यही तरीका है ना स्थिति पता करन दा। तां बेटे वाई ਧੁਰੇ तो बिंदु पी की लंबात्मक दूरी बिंदु पी का एक्स निर्देशांक हुंदी है। देखो बेटे जिहड़ा बिंदु पी है वह वाई ਧੁਰੇ तो कितना दूर है उसनूं असी इसदा एक्स निर्देशांक लिखते हाँ। ठीक है। उस तो बाद जिहड़ी इसदी एक्स ਧੁਰੇ तो बिंदु पी की लंबात्मक दूरी बिंदु पी का वाई निर्देशांक है। यानी असी सिंपली असी की देखना है बेटे कि जिहड़ा बिंदु पी है, ठीक है, वो वाई ਧੁਰੇ तो कितनी दूर है। आपां नूं इत्थों नीचों भी अपना एक्सिस तो भी पता चलता है 3 ते जिहड़ा है एक्स ਧੁਰੇ तो कितना दूर है 4। दूरी जो आपां गल करते हाँ कल्ली दूरी भी आपां लिख सकते हाँ, दूरी का मतलब ही लंबात्मक दूरी हुंदा है। ਇਹਦਾ एड्रैस है, आप ये कह सकते हाँ बिंदु पी का एड्रैस है 3,4। इसनूं बेटे असी ऑर्डर्ड पेयर भी बोलते हाँ। किसी भी पॉइंट नूं जिहड़ा है दर्शाउण दा दिस इज द ए मैथड है, उहदा एड्रैस है, उहदी लोकेशन है किसी भी पॉइंट दी। हुण बेटा एक चीज़ ध्यान नाल देखनी है कि एक्स निर्देशांक नूं भुज भी कहा जाता है। उस पॉइंट का भुज एक अलग नोटेशन हुंदी है, इसनूं एब्सिसा भी बोलते हैं। उस तरह नाल वाई निर्देशांक नूं ऑर्डिनेट या कोटि भी कहा जाता है। हुण बेटे आपां एक बिंदु होर लैंदे हाँ क्यू। किहड़ा बिंदु लिया सी क्यू बेटे। असी इसके निर्देशांक पता करने हाँ। किवें पता करांगे असी निर्देशांक। निर्देशांक मतलब असी इसका की पता करना है, एड्रैस पता करना है, लोकेशन पता करनी है। तो सब तो पहला बेटे हमेशा याद रखना है बिंदु का जिहड़ा पहला हुंदा है कोआर्डिनेट दैट इज एक्स एक्सिस का। एक्स एक्सिस का असी देख सकते हैं बेटे असी कि यह एक्स एक्सिस तो वाई एक्सिस तो कितनी दूरी ते है। तो यदा वैसे बेटा सिंपल हर बार इन्नी लंबी गल नूं याद रखना जरूरी नहीं है। तुसी सिंपली देखो कि जिहड़ा बिंदु क्यू है यह एक्स ਧੁਰੇ नूं जे आपां देखते हाँ तो कितना -3 है, यानी कि वाई एक्सिस की दूरी कितनी है -3। उस तरह नाल बेटे जेकर असी इधर देखते हाँ तो एक्स एक्सिस की दूरी कितनी है -2। तो क्यू -3 -2।
ਤੇ ਇਸ ਤਰ੍ਹਾਂ ਦੇ ਬੇਟਾ ਤੁਸੀਂ ਹੁਣ ਤੱਕ 8ਵੀਂ ਦੇ ਵਿੱਚ ਵੀ ਤੁਸੀਂ ਜਦੋਂ ਗ੍ਰਾਫ ਬਣਾਏ ਸੀ ਤੁਸੀਂ ਇਸ ਤਰ੍ਹਾਂ ਪੁਆਇੰਟ ਦਾ ਪਲਾਟ ਕਰਨਾ ਤੁਹਾਨੂੰ ਆਂਦਾ ਹੀ ਹੈ, ਪਰ ਉਹਦੇ ਵਿੱਚ ਕੀ ਸੀ ਕਿ ਅਸੀਂ ਜੋ ਸਾਡੇ ਕੋਲ 8ਵੀਂ ਤੱਕ ਤੁਸੀਂ ਜੋ ਕੀਤਾ ਹੈ ਉਹਦੇ ਕੋਲ ਅਸੀਂ ਦੇਖੋ ਬੇਟਾ ਤੁਹਾਨੂੰ ਯਾਦ ਹੋਣਾ ਸੀ ਇਸ ਤਰ੍ਹਾਂ ਲੈਂਦੇ ਸੀ, ਪੁਆਇੰਟਸ ਇੱਕ ਇੱਧਰ ਲੈਂਦੇ ਸੀ ਤੇ ਆਪਣਾ ਇੱਥੋਂ 0 ਤੋਂ ਹੀ ਸਟਾਰਟ ਜਿਹੜਾ ਹੁੰਦਾ ਸੀ, ਇਸ ਤਰ੍ਹਾਂ ਕੀਤੇ ਹਨ ਨਾ। ਪਰ ਰੇਖਾ ਜਿਹੜੇ ਰੇਖਾ ਗ੍ਰਾਫ ਖਿੱਚਦੇ ਸੀ ਪੁਆਇੰਟ ਉੱਥੇ ਵੀ ਤੁਹਾਡੇ ਕੋਲ ਆਈ ਸੀ, ਆਰਡਰਡ ਪੇਅਰ ਹੁੰਦਾ ਸੀਗਾ। ਬਿਲਕੁਲ ਉਸੇ ਤਰ੍ਹਾਂ ਉਸੇ ਕਨਸੈਪਟ ਨੂੰ ਆਪਾਂ ਕਹਿ ਸਕਦੇ ਉਹਨੂੰ ਹੋਰ ਐਨਹਾਂਸ ਅਸੀਂ ਕਰਦੇ ਹਾਂ ਜਦੋਂ ਅਸੀਂ ਨੰਬਰ ਲਾਈਨ ਤੇ ਲੈ ਕੇ ਆਉਂਦੇ ਹਾਂ, ਜਿਹਦੇ ਵਿੱਚ ਫਿਰ ਚੌਥਾਈਆਂ ਦਾ ਕਨਸੈਪਟ ਆ ਜਾਂਦਾ ਹੈ। ਪਰ ਪੁਆਇੰਟ ਪਲਾਟ ਕਰਨਾ ਮੈਨੂੰ ਲੱਗਦਾ ਹੈ ਕਿ ਤੁਸੀਂ ਬਹੁਤ ਜਲਦੀ ਸਿੱਖ ਜਾਓਗੇ ਕਿਉਂਕਿ ਤੁਸੀਂ ਇਸ ਤੇ ਕੰਮ ਕੀਤਾ ਹੋਇਆ ਪਹਿਲਾਂ। ਆਓ ਹੇਠ ਦਿੱਤੇ ਤਲ ਵਿੱਚ ਦਰਸਾਏ ਬਿੰਦੂਆਂ ਦੇ ਨਿਰਦੇਸ਼ ਅੰਕ ਪਤਾ ਕਰੀਏ। ਬਹੁਤ ਜਲਦੀ ਨਾਲ ਆਪਾਂ ਇਹ ਕਰਦੇ ਹਾਂ ਬੇਟਾ। ਸਭ ਤੋਂ ਪਹਿਲਾਂ ਬਿੰਦੂ B ਦੇਖੋ ਬੇਟੇ x ਕੋਆਰਡੀਨੇਟ ਸਿੱਧਾ ਇਹਦਾ ਤੁਸੀਂ ਇੱਥੇ ਨੂੰ x ਤੇ ਖਿੱਚ ਕੇ ਦੇਖ ਲਵੋ, ਦੂਰੀ ਸਿੱਧਾ ਖਿੱਚੋ ਗ੍ਰਾਫ ਤੇ ਤਾਂ ਕਿੰਨੇ ਤੇ ਆ ਰਿਹਾ ਹੈ 4 ਤੇ ਇੱਧਰ ਇਹ ਕਿੰਨੇ ਨੂੰ ਇਸ ਤੇ ਇੰਟਰਸੈਕਟ ਕਰ ਰਿਹਾ ਹੈ 3 ਤੇ 4 3 ਸਿੰਪਲ। ਉਸ ਤਰ੍ਹਾਂ ਬੇਟੇ ਹੁਣ ਅਸੀਂ ਚੱਲਦੇ ਹਾਂ m ਤੇ ਦੇਖੋ ਬੇਟੇ m ਨੂੰ ਜਦੋਂ ਅਸੀਂ ਇਹ ਵਾਲੀ ਦੂਰੀ ਖਿੱਚਦੇ ਹਾਂ ਤਾਂ ਕਿੰਨਾ -3 x ਐਕਸਿਸ ਤੇ ਇੱਧਰ ਕਿੰਨੇ ਤੇ ਜਾ ਰਿਹਾ ਹੈ ਕੱਟ ਰਿਹਾ ਹੈ 4। ਉਵੇਂ ਬੇਟੇ ਅਸੀਂ ਹੁਣ ਬਿੰਦੂ D ਦੀ ਦੂਰੀ ਪਤਾ ਕਰਦੇ ਹਾਂ, ਬਿੰਦੂ D ਦੇ ਅਸੀਂ ਬੇਟੇ ਕੋਆਰਡੀਨੇਟਸ ਪਤਾ ਕਰਦੇ ਹਾਂ, ਨਿਰਦੇਸ਼ ਅੰਕ ਪਤਾ ਕਰਦੇ ਹਾਂ। ਤਾਂ ਉਹ ਕੀ ਹਨ ਬੇਟੇ, ਇੱਥੇ x ਤੇ ਕਿੰਨੇ ਤੇ ਕੱਟ ਰਿਹਾ ਹੈ, ਇਹ x ਐਕਸਿਸ ਤੇ ਹੀ ਹੈ ਇਹ, ਤਾਂ ਇਸ ਦਾ x ਨਿਰਦੇਸ਼ਾਂਕ ਇਸ ਦਾ 1 ਹੈ, ਪਰ y ਨਿਰਦੇਸ਼ਾਂਕ ਬੇਟੇ ਕਿਉਂਕਿ x ਐਕਸਿਸ ਤੇ ਹੀ ਹੈ, ਜਦੋਂ ਆਪਾਂ ਇੱਧਰ ਲੈ ਕੇ ਜਾਂਦੇ ਤਾਂ y ਨਿਰਦੇਸ਼ਾਂਕ ਇਹਦਾ ਕਿੰਨਾ ਆਏਗਾ 0। ਠੀਕ ਹੈ। ਜਦੋਂ ਵੀ ਬੇਟੇ ਕੋਈ ਵੀ ਬਿੰਦੂ ਐਕਸਿਸ ਤੇ ਸਥਿਤ ਹੋਵੇਗਾ, ਜੇ ਤਾਂ x ਐਕਸਿਸ ਤੇ ਸਥਿਤ ਹੈ ਤਾਂ ਉਹਦਾ y ਕੋਆਰਡੀਨੇਟ 0 ਹੋਏਗਾ, ਜੇ y ਐਕਸਿਸ ਤੇ ਸਥਿਤ ਹੈ ਤਾਂ ਉਹਦਾ x ਕੋਆਰਡੀਨੇਟ 0 ਹੋਏਗਾ। ਉਸ ਤਰ੍ਹਾਂ ਬੇਟੇ ਹੁਣ ਜੇਕਰ ਆਪਾਂ ਬਿੰਦੂ S ਦੀ ਗੱਲ ਕਰੀਏ ਤਾਂ ਇਹਦੇ ਤੁਸੀਂ ਨਿਰਦੇਸ਼ਾਂਕ ਹੁਣ ਤੁਸੀਂ ਬੋਲਨੇ ਹਨ ਬੇਟੇ। ਅਸੀਂ ਦੇਖਾਂਗੇ ਇੱਧਰ ਸਭ ਤੋਂ ਪਹਿਲਾਂ ਅਸੀਂ x ਕੋਆਰਡੀਨੇਟ ਤੇ ਜਾਂਦੇ ਹਾਂ, ਇਸ ਨੂੰ ਕਿਹੜੇ ਬਿੰਦੂ ਤੇ ਕਿਹੜੇ ਉਸ ਤੇ ਜਾ ਰਿਹਾ ਹੈ ਸੰਖਿਆ ਤੇ 3। ਉਸ ਤੋਂ ਬਾਅਦ ਬੇਟੇ ਇੱਧਰ ਆਪਾਂ ਦੇਖਦੇ ਹਾਂ -4, ਤਾਂ ਇਸ ਤੇ ਇਹਦੇ ਕੋਆਰਡੀਨੇਟ ਬੇਟੇ 3 ਅਤੇ -4। ਤਾਂ ਹੁਣ ਬਾਕੀਆਂ ਦੇ ਵੀ ਬੇਟੇ ਇੱਕ ਆਪਾਂ A ਦੇ ਵੀ ਕਰ ਲੈਂਦੇ ਹਾਂ। A ਬਿੰਦੂ ਬੇਟਾ ਇਹ ਬਿੰਦੂ ਹੈ ਜਿਹੜਾ ਸਭ ਤੋਂ ਪਹਿਲਾਂ ਅਸੀਂ x ਦੇਖਣਾ ਬੇਟਾ, ਅਸੀਂ ਇਸ ਨੂੰ x ਕੋਆਰਡੀਨੇਟ ਤੇ ਦੇਖੀਏ ਤਾਂ x ਕੋਆਰਡੀਨੇਟ ਤੇ ਕਿੰਨੇ ਤੇ ਕੱਟ ਰਿਹਾ, x ਕੋਆਰਡੀਨੇਟ ਨੂੰ 0 ਤੇ, ਫਿਰ y ਤੇ -3। ਜਿਵੇਂ ਮੈਂ ਤੁਹਾਨੂੰ ਪਹਿਲਾਂ ਦੱਸਿਆ ਸੀ ਨਾ, ਜਿਹੜਾ ਬਿੰਦੂ y ਐਕਸਿਸ ਤੇ ਹੋਏਗਾ ਉਹਦਾ x ਕੋਆਰਡੀਨੇਟ ਜਿਹੜਾ ਹੋਏਗਾ ਉਹ 0 ਹੋਏਗਾ ਹੀ ਹੋਏਗਾ। ਅੱਛਾ, ਹੁਣ ਇੱਕ ਕੁਐਸਚਨ ਹੈ ਕਿ ਮੂਲ ਬਿੰਦੂ ਦੇ ਨਿਰਦੇਸ਼ ਅੰਕ ਕੀ ਹੋਣਗੇ। ਮੂਲ ਬਿੰਦੂ ਬੇਟਾ ਕੀ ਹੁੰਦਾ ਹੈ, ਜਿੱਥੇ ਕਿ ਮੈਂ ਤੁਹਾਨੂੰ ਦੱਸਿਆ ਸੀ ਦੋਵੇਂ ਐਕਸਿਸ ਆਪਸ ਚ ਕੱਟਦੇ ਹਨ, ਉਹਨੂੰ ਅਸੀਂ ਕੀ ਕਹਿੰਦੇ ਹਾਂ, ਮੂਲ ਬਿੰਦੂ। ਮੂਲ ਬਿੰਦੂ ਦੇ ਨਿਰਦੇਸ਼ ਅੰਕ ਬੇਟੇ ਇਹ ਨਾ ਕੁਐਸਚਨ ਮੈਂ ਤਾਂ ਤਕਰੀਬਨ ਹਰ ਵਾਰ ਪੁੱਛਿਆ ਹੀ ਜਾਂਦਾ, 1 ਨੰਬਰ ਦਾ ਕੁਐਸਚਨ ਤੱਕ ਵੀ ਮੂਲ ਬਿੰਦੂ ਦੇ ਨਿਰਦੇਸ਼ ਅੰਕ ਕੀ ਹੁੰਦੇ ਹਨ। ਮੂਲ ਬਿੰਦੂ ਤੇ ਬੇਟਾ x ਕੋਆਰਡੀਨੇਟ ਵੀ 0 ਹੁੰਦਾ ਹੈ ਔਰ y ਕੋਆਰਡੀਨੇਟ ਵੀ ਕੀ ਹੁੰਦਾ ਹੈ 0, ਤੇ O ਇਹਨੂੰ ਰਿਪਰੈਜ਼ੈਂਟ ਅਸੀਂ ਕਾਦੇ ਨਾਲ ਕਰਦੇ ਹਾਂ, ਮੂਲ ਬਿੰਦੂ ਨੂੰ origin, ਕਿਉਂਕਿ ਇਸ ਨੂੰ ਮੂਲ ਬਿੰਦੂ ਨੂੰ ਅਸੀਂ ਇੰਗਲਿਸ਼ ਕੀ ਬੋਲਦੇ ਹਾਂ, origin ਤੋਂ O, ਔਰ ਇਹਦੇ ਕੋਆਰਡੀਨੇਟਸ ਦੋਵੇਂ ਕੀ ਹੁੰਦੇ ਹਨ 0 0। ਠੀਕ ਹੈ ਬੱਚੋ। ਆਓ ਹੁਣ ਅਸੀਂ ਸਿੱਖੀਏ ਕਿ ਪੁਆਇੰਟਸ ਅਸੀਂ ਹੁਣ ਤੱਕ ਤਾਂ ਅਸੀਂ ਸਿੱਖਿਆ ਕਿ ਸਾਨੂੰ ਇੱਕ ਬਿੰਦੂ ਦਿੱਤਾ ਹੋਇਆ, ਅਸੀਂ ਉਸ ਦੀ ਸਥਿਤੀ ਪਤਾ ਕਰਦੇ ਸੀ, ਅਸੀਂ ਉਸ ਦੇ ਕੋਆਰਡੀਨੇਟ ਜੋ ਹੈ ਨਿਰਦੇਸ਼ ਅੰਕ ਹੈ ਉਹ ਅਸੀਂ ਪਤਾ ਕਰਦੇ ਸੀ। ਹੁਣ ਅਸੀਂ ਕੀ ਸਿੱਖਦੇ ਹਾਂ ਕਿ ਅਸੀਂ ਇੱਕ ਬਿੰਦੂ ਨੂੰ ਪਲਾਟ ਕਿਵੇਂ ਕਰਨਾ ਹੈ। ਅਸੀਂ ਬਿੰਦੂ ਦੀ ਸਾਨੂੰ ਹੁਣ ਸਥਿਤੀ ਦਿੱਤੀ ਹੋਈ ਹੈ, ਦੇਖੋ ਬੇਟਾ P23, ਯਾਨੀ ਸਾਨੂੰ ਉਹਨੇ ਐਡਰੈਸ ਦਿੱਤਾ ਬਿੰਦੂ ਦਾ, ਨਿਰਦੇਸ਼ ਅੰਕ ਦੇਤੇ, ਅਸੀਂ ਇਹ ਗ੍ਰਾਫ ਪੇਪਰ ਤੇ ਅਸੀਂ ਉਸ ਨੂੰ ਡਰਾ ਕਰਨਾ ਹੈ P23। ਇਹਦਾ ਸਿੰਪਲ ਬੇਟਾ ਮੈਂ ਇੱਕ ਤਰੀਕਾ ਤੇ ਇਹ ਹੁੰਦਾ ਹੈ ਕਿ ਪਹਿਲਾਂ ਤੁਸੀਂ ਫਰਸਟ ਵਨ ਇਜ਼ x ਐਕਸਿਸ ਤੋਂ ਜਿਹੜਾ ਸਾਡਾ x ਕੋਆਰਡੀਨੇਟ, ਤਾਂ x ਕੋਆਰਡੀਨੇਟ ਤੇ ਬੇਟੇ ਤੁਸੀਂ ਦੇਖੋ ਇਹ ਮੈਂ ਲੇਬਲਿੰਗ ਹੁਣ ਨਹੀਂ ਤੁਹਾਨੂੰ ਦੱਸ ਰਹੀ ਕਿਉਂਕਿ ਇਹ ਤੁਹਾਨੂੰ ਪਤਾ ਹੈ ਲੇਬਲਿੰਗ। ਤਾਂ x ਕੋਆਰਡੀਨੇਟ 2 ਔਰ y ਕੋਆਰਡੀਨੇਟ ਬੇਟੇ ਕਿੰਨਾ ਹੈ 3। ਦੇਖੋ ਬੇਟੇ ਇਹਨੂੰ ਤੁਸੀਂ ਸਕੇਲ ਨਾਲ ਤੁਸੀਂ ਡਰਾ ਕਰ, ਵੈਸੇ ਤਾਂ ਗ੍ਰਾਫ ਪੇਪਰ ਤੇ ਤਾਂ ਡਰਾ ਕਰਨ ਦੀ ਵੀ ਜ਼ਰੂਰਤ ਨਹੀਂ ਹੁੰਦੀ ਕਿਉਂਕਿ ਆਪਾਂ ਨੂੰ ਆਰਾਮ ਨਾਲ ਉੱਥੋਂ ਪਤਾ ਹੀ ਚੱਲ ਜਾਂਦਾ ਹੈ ਰੇਖਾਵਾਂ ਉਸ ਤੇ ਆਲਰੇਡੀ ਜਿਹੜੀਆਂ ਸਕੇਲਿੰਗ ਹੋਈ ਹੁੰਦੀ ਹੈ ਬੇਟਾ 2 3। ਠੀਕ ਹੈ, ਇਹ ਬਿੰਦੂ ਕੀ ਬਣ ਗਿਆ P23। ਉਸੇ ਤਰ੍ਹਾਂ ਬੇਟੇ ਜਿਵੇਂ ਆਪਾਂ ਨੈਕਸਟ ਕਰਨਾ ਹੈ Q -2 -4, ਤਾਂ ਪਹਿਲਾਂ -2 ਇਹ ਕਿਹੜਾ ਕੋਆਰਡੀਨੇਟ ਹੈ x, ਇੱਥੇ ਭਾਵੇਂ ਛੋਟਾ ਲਿਖ ਲਿਆ ਕਰੋ, ਪਹਿਲਾਂ x -2 ਤੇ y ਕਿੰਨਾ ਹੈ -4, ਲੋ ਬੇਟੇ -4
y माइनस, देखो बेटे इधर ते असीं इधरों एक लाइन खिंचते हाँ ते इन्हां दा जिहड़ा पॉइंट ऑफ इंटरसैक्शन दोनों का दैट इज Q -2 -4। इसी तरह बेटे एक पॉइंट मैं तुहानूं पॉइंट वाला लिया डेसीमल वाला 1.5 एक्स कोआर्डिनेट ते -3.5 1.5 हुण आपां कित्थे लवांगे 1.5 हुण तुसीं देखो 1 ते 2 दे विचकार बेटे अगे होर 10 डिवीजनस ने इहदियां यानी कि वो 0.1 0.2 करके ठीक है। तो 1.5 बेटा बिल्कुल ये जी थोड़ी जी डार्क लाइन होंगी है बाकियां नालों दैट इज 1.5 ठीक है बेटे। तो इधरों -3.5 इत्थे होएगा बेटे। तो असीं जदों इन्हां नूं ये वाला दिस इज द पॉइंट रिक्वायर्ड पॉइंट आर 1.5 -3.5। तो इस तरह बेटा असी डेसीमल वाले भी जो पॉइंट साडे कोल आ जाते हैं तो असी बड़े ध्यान नाल उसनूं असी अगे देखना हुंदा है ड्रॉ प्लॉट करना हुंदा है। हुण बेटा एक क्वेश्चन है कि बिंदु आपां नूं दित्ते हन असी दसना है कि वे किहड़ी चौथाई विच स्थित हन। ये आपां एक जल्दी नाल देख लैंदे हां बेटे। पहली चौथाई दे विच बेटे असी देखते हैं साडे कोल एक्स कोआर्डीनेट भी प्लस हुंदा है वाई कोआर्डीनेट भी प्लस हुंदा है। तो दोवें प्लस वाले पॉइंट्स पहली चौथाई च हुंदे हन। लेकिन जेकर एक्स कोआर्डीनेट माइनस है वाई प्लस है तो दूसरी चौथाई हुंदी है। उसी तरह जेकर दोवें माइनस हैं तो तीसरी चौथाई हुंदी है। जेकर एक्स कोआर्डीनेट प्लस है वाई इज माइनस तो चौथी चौथाई दे विच हुंदा है। तो इन्हां नूं देख के बेटे आपां एक पॉइंट आपां कर लैंदे हां -2 ਅਤੇ 4 -2 ਅਤੇ 4 एक्स कोआर्डीनेट माइनस ते वाई कोआर्डीनेट प्लस है तो दूसरी चौथाई दे विच है। उसी तरह बेटा 0 जे 0 मान लो अपने कोल y कोआर्डीनेट 0 है तो अपन सिंपल ही पता लग गया जे y कोआर्डीनेट 0 है तो यदा मतलब ये कित्थे स्थित है x एक्सिस ते। उसी तरह बेटे बाकी पॉइंट्स जे दोनों पॉजिटिव है तो फर्स्ट चौथाई है। उसी तरह 3 पहला पॉजिटिव एक्स कोआर्डीनेट पॉजिटिव ते दूसरा नैगेटिव तो किहड़ी च है बेटे चौथी दे विच है। तो इस तरह नाल आपां बेटे इनू पता कर सकते हाँ। हुण बेटा एक चीज़ मैं तुहानूं होर दिखाना चाहती सी जिहड़ा कि तुसीं आप इनू घरे करना ये भी बच्चों ने काम किया है। छोटा जिहा प्रोजेक्ट है तुसीं इस तरह का कुछ भी ग्राफ पेपर ते बेटे ड्रॉ कर सकते हो करके उस तो बाद तुसीं उस ते पॉइंट्स लिख सकते हो उन्हां दे ते उन्हां पॉइंट्स दे फिर तुसीं निर्देशांक है जिहड़े ओह फाइंड आउट कर सकते हो। तो इहदे नाल बेटे एक तो तुहानूं बहुत अच्छी तरह नॉलेज हो जाएगी और एक तरह तुहाडे कोल एक इहदा प्रोजेक्ट भी तुसीं बना पाओगे और तुहानूं बहुत ही दिलचस्प लगेगा। मैनूं उम्मीद है बेटे कि तुहानूं ये लैक्चर अच्छी तरह समझ आ गया होगा। थैंक यू सो मच।